हाँ जी प्यारे विद्यार्थियों, जिस तरह कि ਤੁਹਾਨੂੰ पता है कि 14 तारीख ਨੂੰ 10वीं क्लास ਦਾ ਅਧਿਆਇ 1 ਵਾਸਤਵਿਕ ਸੰਖਿਆਵਾਂ ਦਾ ਗੂਗਲ ਕੁਇਜ਼ ਲਿਆ ਜਾਣਾ ਹੈ। ਇਸ ਗੂਗਲ ਕੁਇਜ਼ ਦੇ ਵਿੱਚ ਤੁਹਾਨੂੰ 10 ਸਵਾਲ ਪੁੱਛੇ ਜਾਣਗੇ ਔਰ ਹਰੇਕ ਸਵਾਲ ਜਿਹੜਾ ਹੈ ਉਹਦੇ 2 ਮਾਰਕਸ ਹੋਣਗੇ, ਤਾਂ ਕੁੱਲ ਅੰਕ 20 ਹੋਣਗੇ। ਤਾਂ ਇਸ ਦੀ ਤਿਆਰੀ ਦੇ ਲਈ, ਇਸ ਦੀ ਰਿਵੀਜ਼ਨ ਦੇ ਲਈ ਅੱਜ ਅਸੀਂ ਪ੍ਰਸ਼ਨਾਵਲੀ 1.2 ਦੀ ਦੁਹਰਾਈ ਕਰਾਂਗੇ। ਇਸ ਦੇ ਵਿੱਚ ਪਹਿਲਾ ਸਵਾਲ ਕੀ ਦਿੱਤਾ ਹੋਇਆ ਹੈ, ਹੇਠਾਂ ਦਿੱਤੀਆਂ ਸੰਖਿਆਵਾਂ ਨੂੰ ਅਭਾਜ ਗੁਣਨਖੰਡਾਂ ਦੇ ਗੁਣਨਫਲ ਦੇ ਰੂਪ ਵਿੱਚ ਲਿਖੋ। ਇਸ ਸਵਾਲ ਨੂੰ ਕਰਨ ਦੇ ਲਈ ਸਭ ਤੋਂ ਪਹਿਲਾਂ ਸਾਨੂੰ ਅਭਾਜ ਸੰਖਿਆਵਾਂ ਦਾ ਪਤਾ ਹੋਣਾ ਚਾਹੀਦਾ ਹੈ। ਤਾਂ ਅਸੀਂ ਸਭ ਤੋਂ ਪਹਿਲਾਂ ਕੀ ਕਰਦੇ ਹਾਂ ਕਿ ਅਭਾਜ ਸੰਖਿਆਵਾਂ ਬਾਰੇ ਗੱਲ ਕਰਦੇ ਹਾਂ ਕਿ ਅਭਾਜ ਸੰਖਿਆਵਾਂ ਕੀ ਹੁੰਦੀਆਂ ਨੇ। ਅਭਾਜ ਸੰਖਿਆਵਾਂ ਜਿਹੜੀਆਂ ਸੰਖਿਆਵਾਂ ਕੇਵਲ ਆਪਣੇ ਪਹਾੜੇ ਅਤੇ ਇੱਕ ਦੇ ਪਹਾੜੇ 'ਤੇ ਹੀ ਪੂਰੀਆਂ ਵੰਡੀਆਂ ਜਾਂਦੀਆਂ ਹਨ, ਉਹਨਾਂ ਨੂੰ ਅਭਾਜ ਸੰਖਿਆਵਾਂ ਕਿਹਾ ਜਾਂਦਾ ਹੈ। ਦੂਸਰੇ ਸ਼ਬਦਾਂ ਵਿੱਚ ਅਸੀਂ ਕੀ ਕਹਿ ਸਕਦੇ ਹਾਂ ਕਿ ਜਿਹੜੀਆਂ ਸੰਖਿਆਵਾਂ ਦੇ ਕੇਵਲ 2 ਹੀ ਗੁਣਨਖੰਡ ਹੋਣ, ਉਹਨਾਂ ਨੂੰ ਅਭਾਜ ਸੰਖਿਆਵਾਂ ਆਖਦੇ ਹਨ। ਤਾਂ ਸਭ ਤੋਂ ਛੋਟੀ ਅਭਾਜ ਸੰਖਿਆ ਕੀ ਹੈ? 2 ਹੈ। 2 ਸਭ ਤੋਂ ਛੋਟੀ ਅਭਾਜ ਸੰਖਿਆ ਹੈ, ਕਿਉਂਕਿ ਜਿਹੜਾ 2 ਹੈ ਉਹ ਜਾਂ ਤਾਂ ਇੱਕ ਦੇ ਪਹਾੜੇ 'ਤੇ ਪੂਰਾ ਵੰਡਿਆ ਜਾਂਦਾ ਹੈ ਜਾਂ 2 ਦੇ ਪਹਾੜੇ 'ਤੇ। ਇਸ ਤੋਂ ਇਲਾਵਾ ਹੋਰ ਕਿਸੇ ਪਹਾੜੇ 'ਤੇ ਪੂਰਾ ਨਹੀਂ ਵੰਡਿਆ ਜਾਂਦਾ। ਇਸ ਤਰ੍ਹਾਂ ਹੀ 3 ਹੈ। 3 ਵੀ ਆਪਣੇ ਪਹਾੜੇ 'ਤੇ ਜਾਂ ਇੱਕ ਦੇ ਪਹਾੜੇ ਤੇ ਵੰਡਿਆ ਜਾਂਦਾ ਹੈ। ਇਸ ਤੋਂ ਇਲਾਵਾ ਕੋਈ ਹੋਰ ਪਹਾੜੇ 'ਤੇ ਨਹੀਂ ਪੂਰਾ ਵੰਡਿਆ ਜਾਂਦਾ। ਤਾਂ ਇਸ ਲਈ ਇਹ ਵੀ ਕੀ ਹੈ, ਇੱਕ ਅਭਾਜ ਸੰਖਿਆ ਹੈ। ਇਸ ਦੇ ਨਾਲ ਹੀ 5, 7, 11, 13, 17, 19 ਹੋਰ ਬਹੁਤ ਸਾਰੀਆਂ, ਇਹ ਸਾਰੀਆਂ ਕੀ ਨੇ? ਅਭਾਜ ਸੰਖਿਆ ਨੇ, ਕਿਉਂਕਿ ਇਹ ਆਪਣੇ ਪਹਾੜੇ 'ਤੇ ਹੀ ਪੂਰੀਆਂ ਵੰਡੀਆਂ ਜਾਂਦੀਆਂ ਨੇ ਜਾਂ ਇੱਕ ਦੇ ਪਹਾੜੇ 'ਤੇ ਪੂਰੀਆਂ ਵੰਡੀਆਂ ਜਾਂਦੀਆਂ ਨੇ। ਦੂਸਰੇ ਸ਼ਬਦਾਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਇਹਨਾਂ ਦੇ ਕੇਵਲ 2 ਹੀ ਗੁਣਨਖੰਡ ਹਨ। ਭਾਜ ਸੰਖਿਆਵਾਂ ਜਿਨ੍ਹਾਂ ਸੰਖਿਆਵਾਂ ਦੇ 2 ਤੋਂ ਵੱਧ ਗੁਣਨਖੰਡ ਹੋਣ, ਉਹਨਾਂ ਨੂੰ ਭਾਜ ਸੰਖਿਆਵਾਂ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਕਿ ਸਭ ਤੋਂ ਪਹਿਲਾਂ ਜਿਹੜੀ ਭਾਜ ਸੰਖਿਆ ਹੈ ਉਹ 4 ਹੈ, ਕਿਉਂਕਿ 4 ਦੇ 2 ਵੀ ਇਹਦਾ ਗੁਣਨਖੰਡ ਹੈ। ਤਾਂ ਇਸ ਲਈ ਇਹ ਇੱਕ ਭਾਜ ਸੰਖਿਆ ਹੈ, ਕਿਉਂਕਿ ਇਸ ਦੇ ਜੋ ਗੁਣਨਖੰਡ ਨੇ ਉਹ 2 ਤੋਂ ਵੱਧ ਨੇ, 1, 2 ਅਤੇ 4। ਤਾਂ ਇਸ ਲਈ ਇਹ ਕੀ ਹੈ? ਭਾਜ ਸੰਖਿਆ ਹੈ। ਇਸ ਤਰ੍ਹਾਂ ਹੀ 6 2 ਦੇ ਪਹਾੜੇ 'ਤੇ ਅਤੇ 3 ਦੇ ਪਹਾੜੇ 'ਤੇ। ਇਸ ਤਰ੍ਹਾਂ ਹੀ ਇਹਦੇ ਕੀ ਗੁਣਨਖੰਡ ਹੋ ਗਏ? 2 ਤੋਂ ਜ਼ਿਆਦਾ ਹੋ ਗਏ। ਤਾਂ ਇਸ ਲਈ ਇਹ ਵੀ ਕੀ ਹੈ? ਇੱਕ ਭਾਜ ਸੰਖਿਆ ਹੈ। ਇਸ ਤਰ੍ਹਾਂ ਹੀ 8, 9, 10, 12 ਹੋਰ ਬਹੁਤ ਸਾਰੀਆਂ, ਇਹ ਸਾਰੀਆਂ ਕੀ ਨੇ? ਭਾਜ ਸੰਖਿਆਵਾਂ ਹਨ। ਅਤੇ ਇੱਕ ਬਾਰੇ ਗੱਲ ਕਰੀਏ। ਇੱਕ ਜਿਹੜੀ ਸੰਖਿਆ ਹੈ ਉਹ ਨਾ ਹੀ ਭਾਜ ਹੈ ਅਤੇ ਨਾ ਹੀ ਅਭਾਜ ਹੈ। ਇੱਕ ਜਿਹੜੀ ਸੰਖਿਆ ਨਾ ਹੀ ਭਾਜ ਹੈ ਅਤੇ ਨਾ ਹੀ ਅਭਾਜ ਹੈ। ਤਾਂ ਇਸ ਤੋਂ ਬਾਅਦ ਅਸੀਂ ਜੋ ਸਾਡੀ ਪ੍ਰਸ਼ਨਾਵਲੀ ਹੈ 1.2 ਦਾ, ਉਸਦਾ ਪਹਿਲਾ ਸਵਾਲ ਜਿਹੜਾ ਹੈ ਕਿ 140, ਇਸ ਨੂੰ ਅਸੀਂ ਅਭਾਜ ਗੁਣਨਖੰਡਾਂ ਦੇ ਗੁਣਨਫਲ ਦੇ ਰੂਪ ਵਿੱਚ ਮੈਂ ਤੁਹਾਨੂੰ ਲਿਖ ਕੇ ਦਿਖਾਉਣਾ। ਤਾਂ ਸਭ ਤੋਂ ਪਹਿਲਾ ਸਵਾਲ ਅਸੀਂ ਕਰਦੇ ਹਾਂ, ਕੀ ਹੈ? 140 ਹੈ। 140 ਤਾਂ ਅਸੀਂ ਇਸ ਨੂੰ 140 ਦੇ ਅਭਾਜ ਗੁਣਨਖੰਡ ਬਣਾਉਣੇ ਹਨ। ਤਾਂ ਅਸੀਂ ਕੇਵਲ ਔਰ ਕੇਵਲ ਅਭਾਜ ਸੰਖਿਆ ਨਾਲ ਹੀ ਇਹਨਾਂ ਦੀ ਵੰਡ ਕਰਨੀ ਹੈ। ਭਾਜ ਸੰਖਿਆ ਨਾਲ ਨਹੀਂ, ਕੇਵਲ ਅਭਾਜ ਸੰਖਿਆ ਨਾਲ ਹੀ ਵੰਡ ਕਰਨੀ ਹੈ। ਤਾਂ ਸਭ ਤੋਂ ਛੋਟੀ ਜਿਹੜੀ ਅਭਾਜ ਸੰਖਿਆ ਹੈ ਉਹ 2 ਹੈ। 2 ਸਭ ਤੋਂ ਛੋਟੀ ਅਭਾਜ ਸੰਖਿਆ ਹੈ। ਤਾਂ ਅਸੀਂ ਦੇਖਣਾ ਹੈ ਕਿ 140 2 ਦੇ ਪਹਾੜੇ 'ਤੇ ਜਾ ਰਿਹਾ। ਤਾਂ ਇਸ ਦਾ ਇਕਾਈ ਅੰਕ 0 ਹੈ। ਜੇਕਰ ਕਿਸੇ ਸੰਖਿਆ ਦਾ ਇਕਾਈ ਅੰਕ 0, 2, 4, 6, 8 ਹੋਵੇ ਤਾਂ ਉਹ ਸੰਖਿਆ ਜਿਹੜੀ ਹੈ 2 ਦੇ ਪਹਾੜੇ 'ਤੇ ਪੂਰੀ ਵੰਡੀ ਜਾਂਦੀ ਹੈ। ਤਾਂ 140 ਨੂੰ ਅਸੀਂ 2 ਦੇ ਪਹਾੜੇ 'ਤੇ ਵੰਡਿਆ ਤਾਂ ਕਿੰਨਾ ਆ ਗਿਆ? 70 ਆ ਗਿਆ। ਇਸ ਤਰ੍ਹਾਂ ਹੀ ਫਿਰ ਅਸੀਂ 2 ਦੇ ਪਹਾੜੇ 'ਤੇ ਚੈੱਕ ਕਰਾਂਗੇ, ਕਿਉਂਕਿ ਇਸ ਦਾ ਇਕਾਈ ਅੰਕ 0 ਹੈ। ਤਾਂ ਇਸ ਲਈ ਇਹ 2 ਦੇ ਪਹਾੜੇ 'ਤੇ ਵੰਡੀ ਜਾਊਗੀ। ਤਾਂ ਕਿੰਨਾ ਆ ਗਿਆ? 35 ਆ ਗਿਆ। ਤਾਂ 35 ਦਾ ਇਕਾਈ ਅੰਕ 5 ਹੈ, ਤਾਂ 2 ਦੇ ਪਹਾੜੇ 'ਤੇ ਨਹੀਂ ਵੰਡੀ ਜਾਏਗੀ। ਤਾਂ ਇਸ ਤੋਂ ਬਾਅਦ ਅਸੀਂ ਚੈੱਕ ਕਰਾਂਗੇ ਅਗਲੀ ਜੋ ਅਭਾਜ ਸੰਖਿਆ ਹੈ ਉਹ ਕਿੰਨੀ ਹੈ? 3 है। 3 ਦੇ ਪਹਾੜੇ 'ਤੇ ਚੈੱਕ ਕਰਾਂਗੇ।
3 ਦੇ ਪਹਾੜੇ 'ਤੇ ਪੂਰੀ ਨਹੀਂ ਵੰਡੀ ਜਾਣੀ, ਕਿਉਂਕਿ ਇਸ ਦੇ ਜੋ 35 ਦੇ ਵਿੱਚ ਅੰਕ ਨੇ ਉਹਨਾਂ ਦਾ ਜੋੜ ਕਰ ਲੈਂਦੇ ਹਾਂ। 3 ਔਰ 5 ਕਿੰਨਾ ਆ ਗਿਆ, 8 ਆ ਗਿਆ। 8 3 ਦੇ ਪਹਾੜੇ 'ਤੇ ਨਹੀਂ ਵੰਡਿਆ ਜਾਂਦਾ, ਤਾਂ ਇਸ ਲਈ ਇਹ ਸੰਖਿਆ ਜੋ 35 ਹੈ ਉਹ 3 ਦੇ ਪਹਾੜੇ 'ਤੇ ਨਹੀਂ ਵੰਡੀ ਜਾਊ, 5 ਦੇ ਪਹਾੜੇ 'ਤੇ ਵੰਡੀ ਜਾਊ, ਕਿਉਂਕਿ 35 ਦਾ ਜੋ ਇਕਾਈ ਅੰਕ 5 ਹੈ। ਜੇਕਰ ਕਿਸੇ ਸੰਖਿਆ ਦਾ ਇਕਾਈ ਅੰਕ 0 ਜਾਂ 5 ਹੋਵੇ ਤਾਂ 5 ਦੇ ਪਹਾੜੇ 'ਤੇ ਵੰਡੀ ਜਾਂਦੀ ਹੈ, ਤਾਂ 5 7 35। ਅੱਗੇ 7 ਦੇ ਪਹਾੜੇ 'ਤੇ ਵੰਡੀ ਜਾਊ, 7 ਏਕਮ 7। ਤਾਂ ਇਸ ਤਰ੍ਹਾਂ 140 ਦੇ ਜੋ ਅਭਾਜ ਗੁਣਨਖੰਡ ਆ ਗਏ ਉਹ 2 ਗੁਣਾ 2 ਗੁਣਾ 5 ਗੁਣਾ 7। ਤਾਂ 140 ਨੂੰ ਅਸੀਂ 2 ਕਿੰਨੀ ਵਾਰੀ ਆ ਰਿਹਾ, 2 ਵਾਰੀ, ਤਾਂ ਅਸੀਂ ਉਸ ਦੀ ਘਾਤ 2 ਕਰਤੀ, ਗੁਣਾ 5 ਗੁਣਾ 7। ਇਸ ਦੇ ਨਾਲ ਹੀ ਅਗਲਾ ਸਵਾਲ 5005 ਦੇ ਅਸੀਂ ਅਭਾਜ ਗੁਣਨਖੰਡ ਬਣਾਉਣੇ ਨੇ। ਤਾਂ 5005 ਤਾਂ ਸਭ ਤੋਂ ਪਹਿਲਾਂ ਅਸੀਂ 2 ਦੇ ਪਹਾੜੇ 'ਤੇ ਚੈੱਕ ਕਰਾਂਗੇ, ਕਿਉਂਕਿ ਇਕਾਈ ਅੰਕ 5 ਹੈ, 2 ਦੇ ਪਹਾੜੇ 'ਤੇ ਨਹੀਂ ਜਾਏਗਾ। ਫਿਰ ਅਸੀਂ ਕਿਹੜੇ ਪਹਾੜੇ 'ਤੇ ਚੈੱਕ ਕਰਾਂਗੇ, 3 ਦੇ ਪਹਾੜੇ 'ਤੇ। 3 ਦੇ ਪਹਾੜੇ 'ਤੇ ਚੈੱਕ ਕਰਾਂਗੇ, ਕਿਉਂਕਿ ਇਸ ਦੇ ਵਿੱਚ ਜੋ ਅੰਕ ਨੇ ਉਹਨਾਂ ਦਾ ਜੋੜ ਕਰ ਲੈਂਦੇ ਹਾਂ। ਕਿ ਇਹ 5 ਜੋੜ 0 ਜੋੜ 0 ਪਲੱਸ 5 ਬਰਾਬਰ ਹੈ 10। ਤਾਂ 10 ਜਿਹੜਾ 3 ਦੇ ਪਹਾੜੇ 'ਤੇ ਨਹੀਂ ਆਉਂਦਾ, ਤਾਂ ਇਸ ਲਈ ਜੋ 5005 ਹੈ ਉਹ 3 ਦੇ ਪਹਾੜੇ 'ਤੇ ਨਹੀਂ ਵੰਡਿਆ ਜਾਣਾ। ਉਸ ਤੋਂ ਅਗਲੀ ਜੋ ਸਾਡੀ ਸੰਖਿਆ ਹੈ, ਅਭਾਜ ਸੰਖਿਆ ਹੈ, ਉਹ 5 ਹੈ। 4 ਦੇ ਉੱਪਰ ਅਸੀਂ ਚੈੱਕ ਨਹੀਂ ਕਰਾਂਗੇ, ਕਿਉਂਕਿ 4 ਅਭਾਜ ਸੰਖਿਆ ਨਹੀਂ ਹੈ। ਤਾਂ ਅਸੀਂ 5 ਦੇ ਪਹਾੜੇ ਦੇ ਉੱਪਰ ਕਰਾਂਗੇ, ਕਿਉਂਕਿ ਇਸ ਦਾ ਇਕਾਈ ਅੰਕ 5 ਹੈ, ਤਾਂ 5 ਦੇ ਪਹਾੜੇ 'ਤੇ ਉੱਪਰ ਪੂਰਾ ਵੰਡਿਆ ਜਾਏਗਾ। ਤਾਂ ਕਿੰਨਾ ਆ ਜਾਏਗਾ 1001, ਕਿਉਂਕਿ ਇਸ ਦਾ ਇਕਾਈ ਅੰਕ 1 ਹੈ, ਤਾਂ ਇਸ ਲਈ 5 ਦੇ ਪਹਾੜੇ 'ਤੇ ਨਹੀਂ ਵੰਡਿਆ ਜਾਏਗਾ। ਫਿਰ ਅਸੀਂ ਅਗਲਾ ਕਿਤੇ ਚੈੱਕ ਕਰਾਂਗੇ 7 ਦੇ ਪਹਾੜੇ 'ਤੇ, ਕਿਉਂਕਿ ਅਗਲਾ ਸਾਡਾ ਜੋ ਅਭਾਜ ਸੰਖਿਆ ਹੈ ਉਹ 7 ਹੈ। ਤਾਂ 7 ਦੇ ਉੱਪਰ ਭਾਗ ਕਰਾਂਗੇ ਤਾਂ ਕਿੰਨਾ ਆ ਗਿਆ 143 ਆ ਗਿਆ। ਅੱਗੇ ਫਿਰ ਅਸੀਂ 11 ਦੇ ਪਹਾੜੇ ਦੇ ਉੱਪਰ ਭਾਗ ਕਰਾਂਗੇ ਤਾਂ ਕਿੰਨਾ ਆ ਜਾਏਗਾ 13 ਆ ਜਾਏਗਾ। ਤਾਂ ਅੱਗੇ ਅਸੀਂ 13 ਦੇ ਉੱਪਰ ਪਹਾੜੇ 'ਤੇ ਭਾਗ ਕਰਾਂਗੇ ਤਾਂ ਕਿੰਨਾ ਆ ਜਾਏਗਾ 1 ਆ ਜਾਏਗਾ। ਤਾਂ ਇਸ ਤਰ੍ਹਾਂ ਹੀ 5005 ਦੇ ਜੋ ਅਭਾਜ ਗੁਣਨਖੰਡ ਆ ਗਏ ਉਹ 5 ਗੁਣਾ 7 ਗੁਣਾ 11 ਗੁਣਾ 13। ਇਸ ਤਰ੍ਹਾਂ ਹੀ ਅਸੀਂ ਅਗਲਾ ਸਵਾਲ ਜੋ 1.2 ਦਾ ਦੂਸਰਾ ਸਵਾਲ ਹੈ ਉਹਨੂੰ ਦੇਖਾਂਗੇ ਕਿਵੇਂ ਕਰਨਾ ਹੈ। ਕੀ ਹੈ, ਸੰਪੂਰਨ ਸੰਖਿਆ ਦੇ ਹੇਠਾਂ ਲਿਖਿਆਂ ਜੋੜਿਆਂ ਦਾ HCF ਅਤੇ LCM ਪਤਾ ਕਰੋ ਅਤੇ ਇਸ ਦੀ ਜਾਂਚ ਕਰੋ ਕਿ ਸੰਖਿਆਵਾਂ ਦਾ ਗੁਣਨਫਲ ਬਰਾਬਰ ਹੁੰਦਾ ਹੈ HCF ਗੁਣਾ LCM ਦੇ। ਤਾਂ ਇਸ ਦੇ ਵਿੱਚ ਮੈਂ ਤੁਹਾਨੂੰ ਤੀਸਰਾ ਸਵਾਲ ਕਰਾਵਾਂਗਾ। ਇਸ ਦਾ ਤੀਸਰਾ ਪਾਰਟ ਹੈ ਕੀ ਹੈ 336 ਔਰ 54। ਤਾਂ ਅਸੀਂ 336 ਦੇ ਅਭਾਜ ਗੁਣਨਖੰਡ ਬਣਾ ਲੈਂਦੇ ਹਾਂ, ਔਰ 54 ਦੇ ਅਭਾਜ ਗੁਣਨਖੰਡ ਬਣਾ ਲੈਂਦੇ ਹਾਂ। ਤਾਂ 336 ਦੇ ਜੋ ਅਭਾਜ ਗੁਣਨਖੰਡ ਹਨ ਉਹ ਅਸੀਂ ਬਣਾ ਲਏ। ਕੀ ਆ ਗਏ 2 ਗੁਣਾ 2 ਗੁਣਾ 2 ਗੁਣਾ 2 ਗੁਣਾ 3 ਗੁਣਾ 7। ਇਸ ਤਰ੍ਹਾਂ ਹੀ 54 ਦੇ ਵੀ ਅਸੀਂ ਬਣਾ ਲਏ ਕਿ 2 ਗੁਣਾ 3 ਗੁਣਾ 3 ਗੁਣਾ 3। ਹੁਣ ਅਸੀਂ ਦੇਖਣਾ ਹੈ ਅਭਾਜ ਗੁਣਨਖੰਡ ਬਣਾਉਣ ਤੋਂ ਬਾਅਦ ਅਸੀਂ ਦੇਖਣਾ ਹੈ ਕਿ ਇਸ ਦਾ ਮੰਮਾ ਸੱਸਾ ਵਾਵਾ ਕਿਵੇਂ ਪਤਾ ਕਰਾਂਗੇ, ਯਾਨੀ ਕਿ HCF ਕਿਵੇਂ ਪਤਾ ਕਰਾਂਗੇ। ਤਾਂ ਦੇਖੋ ਕਿ 336 'ਚ ਵੀ ਇੱਕ 2 ਗੁਣਨਖੰਡ ਹੈ, ਤਾਂ ਇੱਧਰ ਵੀ ਇੱਕ 2 ਗੁਣਨਖੰਡ ਪਿਆ 54 ਦੇ ਵਿੱਚ। ਤਾਂ ਇਹ ਦੋਨੋਂ ਕੀ ਨੇ, ਸਾਂਝੇ ਨੇ। ਤਾਂ ਅਸੀਂ ਇਹਨਾਂ ਨੂੰ ਸਰਕਲ ਕਰ ਲਿਆ। ਤਾਂ ਇਹਨੂੰ ਮੰਮੇ ਸੱਸੇ ਵਾਵੇ 'ਚ ਅਸੀਂ ਗੁਣਨਖੰਡ ਨੂੰ ਲਿਖ ਲੈਣਾ। ਇਸ ਤਰ੍ਹਾਂ ਹੀ ਅਗਲਾ ਜੋ ਸਾਂਝਾ ਹੈ ਉਹ ਕੀ ਹੈ 3 ਹੈ, ਔਰ ਇੱਧਰ ਵੀ 3 ਪਿਆ। ਤਾਂ ਅਸੀਂ ਇਸ ਨੂੰ ਵੀ ਲਿਖ ਲੈਣਾ 3, ਕਿਉਂਕਿ ਦੋਨਾਂ 'ਚ ਸਾਂਝਾ ਗੁਣਨਖੰਡ ਹੈ, ਤਾਂ ਇਸ ਲਈ ਅਸੀਂ ਇਹਨੂੰ ਲਿਖਿਆ। 7 ਨੂੰ ਅਸੀਂ ਕਿਉਂ ਨਹੀਂ ਲਿਖਣਾ, ਕਿਉਂਕਿ 7 ਇੱਧਰ ਤਾਂ ਪਿਆ ਲੇਕਿਨ 54 'ਚ ਨਹੀਂ ਪਿਆ ਹੈਗਾ। ਤਾਂ ਇਸ ਲਈ ਕੇਵਲ 2 ਹੀ ਇਸ ਦੇ ਸਾਂਝੇ ਗੁਣਨਖੰਡ ਬਣ ਰਹੇ ਹਨ। ਤਾਂ ਅਸੀਂ ਇਸ ਦੀ ਗੁਣਾ ਕਰ ਦਾਂਗੇ, 2 ਗੁਣਾ 3 ਬਰਾਬਰ ਹੈ 6। ਤਾਂ ਇਹਦਾ ਮੰਮਾ ਸੱਸਾ ਵਾਵਾ ਕੀ ਆ ਗਿਆ 6। ਇਸ ਤੋਂ ਬਾਅਦ ਅਸੀਂ ਲੱਲਾ ਸੱਸਾ ਵਾਵਾ ਕਿਵੇਂ ਪਤਾ ਕਰਨਾ ਹੈ। 2 ਸੰਖਿਆਵਾਂ ਕਿਹੜੀਆਂ ਨੇ 336 ਔਰ 54। ਤਾਂ ਇਹਨਾਂ ਦੀ ਗੁਣਾ ਬਟੇ ਅਸੀਂ ਕਿਹਦੇ ਨਾਲ ਭਾਗ ਕਰ ਦੇਣਾ ਹੈ, ਮੰਮਾ ਸੱਸਾ ਵਾਵਾ ਨਾਲ, 6 ਨਾਲ। ਤਾਂ 6 × 6 6 9 54। ਤਾਂ ਕਿੰਨਾ ਆ ਗਿਆ 3024। ਤਾਂ ਅਸੀਂ ਇਸ ਦੀ ਜਾਂਚ ਕਰਨੀ ਹੈ। ਜਾਂਚ ਕਿਵੇਂ ਕਰਨੀ ਹੈ, ਸਾਨੂੰ ਪਤਾ ਹੈ ਕਿ 2 ਸੰਖਿਆਵਾਂ ਦਾ ਗੁਣਨਫਲ ਬਰਾਬਰ ਹੁੰਦਾ ਹੈ ਉਹਨਾਂ ਦੇ HCF ਅਤੇ LCM ਦੇ। ਤਾਂ 2 ਸੰਖਿਆਵਾਂ ਕੀ ਨੇ 336 ਅਤੇ 54। ਤਾਂ ਦੇਖਣਾ ਕਿ ਉਹ ਬਰਾਬਰ ਹੈ। HCF ਕਿੰਨਾ ਆ ਗਿਆ 6, ਔਰ ਸਾਡਾ LCM ਕਿੰਨਾ ਆਇਆ 3024। ਤਾਂ ਦੋਨੋਂ ਪਾਸੇ ਕਿੰਨਾ ਆ ਗਿਆ, ਇਹ 2 ਸੰਖਿਆਵਾਂ ਨੂੰ ਗੁਣਾ ਕਰਕੇ 18144, ਇੱਧਰ ਵੀ 18144। ਇਹਦਾ ਮਤਲਬ ਕੀ ਹੈ ਕਿ ਅਸੀਂ ਇਹ ਸਵਾਲ ਸਹੀ ਕੱਢਿਆ ਹੈ। ਥੈਂਕ ਯੂ।